ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਬਿਨਾਂ ਆਇਲਸ ਵੀ ਆ ਸਕੋਗੇ ਕੈਨੇਡਾ, ਹੁਣ PTE ਨੂੰ ਵੀ ਮਿਲੀ ਮਾਨਤਾ। ਬ੍ਰਿਟਿਸ਼ ਕੋਲੰਬੀਆ ਵਿੱਚ ਮੁੜ ਸਨੋ ਦੀ ਚੇਤਾਵਨੀ, ਰਾਤ ਵੇਲੇ ਪਵੇਗੀ ਹੈਵੀ ਸਨੋ। ਬ੍ਰੈਂਪਟਨ ਵਿੱਚ ਹੁਣ ਨਹੀਂ ਹੋਵੇਗੀ ਕਾਰ ਚੋਰੀ, ਸਿਗਨਲ ਰੋਕਣ ਵਾਲੀ ਚਾਬੀ ਕਵਰ ਵੰਡਣ ਦਾ ਪ੍ਰਸਤਾਵ। BLS ਵਿੱਚ ਵਾਕ-ਇਨ ਸਰਵਿਸ ਸ਼ੁਰੂ, ਜਾਣੋ ਕਿਹੜੀਆਂ ਚੀਜ਼ਾਂ ਦਾ ਰੱਖਣਾ ਹੋਵੇਗਾ ਖਿਆਲ। ਕੈਨੇਡਾ ਵਿੱਚ ਸਿਆਸੀ ਮਾਹੌਲ ਇਸ ਵੇਲੇ ਭਖਿਆ ਹੋਇਆ ਹੈ। ਸਿਆਸੀ ਲੀਡਰ ਇੱਕ ਦੂਸਰੇ ਦੇ ਉੱਪਰ ਨਿਸ਼ਾਨੇ ਸਾਧਦੇ ਹੋਏ ਦਿਖਾਈ ਦੇ ਰਹੇ ਨੇ। ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਲਗਾਤਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ। ਇੱਕ ਵਾਰ ਫਿਰ ਅਜਿਹਾ ਦੇਖਣ ਨੂੰ ਮਿਲਿਆ ਜਿੱਥੇ ਕੰਜ਼ਰਵੇਟਿਵ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਨੀਤੀਆਂ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਇਸ ਸਮੇਂ ਕੈਨੇਡਾ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅਲੱਗ-ਅਲੱਗ ਪਾਰਟੀਆਂ ਵੱਲੋਂ ਇੱਕ ਦੂਸਰੇ ਉੱਪਰ ਤਿੱਖੇ ਵਾਰ ਕੀਤੇ ਜਾ ਰਹੇ ਨੇ। ਇਹ ਵਾਰ ਹਨ ਸ਼ਬਦੀ ਤੇ ਲਿਬਰਲ ਸਰਕਾਰ ਨੂੰ ਇਸ ਮੌਕੇ ਤੇ ਘੇਰਾ ਪਾਇਆ ਜਾ ਰਿਹਾ ਹੈ। ਹਾਲ ਹੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵੀ ਅਜਿਹੇ ਬਿਆਨ ਜਾਰੀ ਕਰਦੀ ਹੋਈ ਦਿਖਾਈ ਦਿੱਤੀ ਤੇ ਨਾਲ ਹੀ ਤਾਜ਼ਾ ਮੁੱਦਾ ਉਹਨਾਂ ਵੱਲੋਂ ਚੁੱਕਿਆ ਗਿਆ। ਕੰਜ਼ਰਵੇਟਿਵ ਪਾਰਟੀ ਨੇ ਸਰਕਾਰ ਦੀ ਨੀਤੀਆਂ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ। ਕੀ ਹੈ ਇਸ ਬਾਰੇ ਪੂਰੀ ਜਾਣਕਾਰੀ, ਆਓ ਤੁਹਾਨੂੰ ਸੁਣਾਉਂਦੇ ਹਾਂ। So we're here for two reasons today. First, Canadians are growing reasonably so increasingly alarmed of the violent crime surge across the country. And two, because the Liberal government has not stepped up or made any commitment to do anything about it at all. In fact, their soft on crime policies over the last 8 years have made the matter considerably worse. Over the holidays, we all saw when a Toronto constable, a young police officer, was murdered by a man who was out on bail. He also had a firearms prohibition. We are seeing these situations across the country. If you take Vancouver, for example, 40 people were arrested 6,000 times in 1 year. That's roughly 150 times for each of those 40 people. That's every 2 or 3 days the police are arresting the same person. This is a non-partisan issue in the sense that we are seeing every single premier in the country, all 13 of them from Liberal, NDP and Conservative, calling on the Liberal government to reform bail. They are demanding bail reform. Municipal police across the country are also demanding bail reform. Toronto Police Chief Myron Demke recently said that last year, of the 44 shootings in Toronto, 24 of the murderers were out on bail, 7 of which were out on firearm-related bail. This is a serious issue, and we can point to Bill C-75, which the Liberals brought forward a number of years ago, that made the default bail for violent criminals. A Pierre Poilievre Conservative government would bring forward serious bail reform to ensure that repeat violent offenders aren't out on our streets harming Canadians. We're also seeing a Liberal government, if you look at the Minister of Public Safety, who spent almost the entire month of January touring around northern Canada talking to hunters. That's where he was spending his time and resources, talking to hunters about taking their tools away from them. Meanwhile, we're seeing crime spike in our major cities in this country. BLS ਵਿੱਚ ਵਾਕ-ਇਨ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਹਾਈ ਕਮਿਸ਼ਨ ਵੱਲੋਂ ਇਸ ਦੀ ਟਵਿੱਟਰ ਦੇ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਜਿਵੇਂ ਪਹਿਲਾਂ ਅਪਾਇੰਟਮੈਂਟ ਲੈਣੀਆਂ ਪੈਂਦੀਆਂ ਸਨ, ਪਰ ਹੁਣ ਵਾਕ-ਇਨ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਰੇ ਹੋਰ ਕੀ ਡਿਟੇਲ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੈਨੇਡਾ ਤੋਂ BLS ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਮੁੜ ਤੋਂ BLS ਵਿੱਚ ਵਾਕ-ਇਨ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ। ਜੀ ਹਾਂ, ਕੈਨੇਡਾ ਦੇ BLS ਸੈਂਟਰਾਂ ਵਿੱਚ ਵਾਕ-ਇਨ ਸਰਵਿਸ 1 ਫਰਵਰੀ ਤੋਂ ਮੁੜ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਭਾਵ ਹੈ ਕਿ ਹੁਣ ਬਿਨੇਕਾਰ ਪਾਸਪੋਰਟ ਅਤੇ ਵੀਜ਼ਾ ਆਦਿ ਸੇਵਾਵਾਂ ਵਾਸਤੇ ਸਿੱਧੇ ਹੀ ਦਫ਼ਤਰ ਜਾ ਸਕਣਗੇ। ਇਹ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਵੱਲੋਂ ਟਵੀਟ ਕਰਦਿਆਂ ਵੀ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਜੇਕਰ ਕਿਸੇ ਨੇ ਜਾਣਾ ਸੀ ਤਾਂ ਉਹਨਾਂ ਨੂੰ ਅਪਾਇੰਟਮੈਂਟ ਲੈਣੀ ਜ਼ਰੂਰੀ ਸੀ। ਬਿਨੇਕਾਰਾਂ ਵੱਲੋਂ ਕੰਮ ਦੇ ਵਿੱਚ ਦੇਰੀ ਹੋਣ ਦੀ ਵੀ ਗੱਲ ਲਗਾਤਾਰ ਕਹੀ ਜਾ ਰਹੀ ਸੀ, ਜਿਸ ਤੋਂ ਬਾਅਦ ਵਾਕ-ਇਨ ਸਰਵਿਸ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਰੇ ਭਾਰਤੀ ਹਾਈ ਕਮਿਸ਼ਨ ਵੱਲੋਂ ਪ੍ਰੈਸ ਰਿਲੀਜ਼ ਦੇ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਕਿ ਵਾਕ-ਇਨ ਸਰਵਿਸ ਦੇ ਸ਼ੁਰੂ ਹੋਣ ਦੇ ਨਾਲ-ਨਾਲ ਅਪਾਇੰਟਮੈਂਟ ਅਤੇ ਪੋਸਟਲ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਪਤਾ ਚੱਲਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਸੀਮਿਤ ਬਿਨੇਕਾਰਾਂ ਨੂੰ ਵਾਕ-ਇਨ ਸਰਵਿਸ ਮਿਲ ਸਕੇਗੀ। ਬਿਨੇਕਾਰਾਂ ਨੂੰ BLS ਸੈਂਟਰ ਪਹੁੰਚ ਕੇ
30 ਮਿੰਟ ਦੇ ਅੰਦਰ ਅੰਦਰ ਇੱਕ ਟੋਕਨ ਦਿੱਤਾ ਜਾਵੇਗਾ। ਟੋਕਨ ਨਾ ਮਿਲਣ ਦੀ ਸੂਰਤ ਵਿੱਚ ਬਿਨੈਕਾਰਾਂ ਨੂੰ ਕਿਸੇ ਹੋਰ ਦਿਨ ਵਾਕ-ਇਨ ਜਾਂ ਫਿਰ ਅਪਾਇੰਟਮੈਂਟ ਲੈ ਕੇ ਆਉਣ ਵਾਸਤੇ ਕਿਹਾ ਜਾਵੇਗਾ। ਜਿਹੜੇ ਬਿਨੈਕਾਰਾਂ ਕੋਲ ਆਉਂਦੇ ਦਿਨਾਂ ਦੀਆਂ ਅਪਾਇੰਟਮੈਂਟਸ ਹਨ, ਪਰ ਉਹਨਾਂ ਬਿਨੈਕਾਰਾਂ ਵੱਲੋਂ ਵਾਕ-ਇਨ ਆ ਕੇ ਅਰਜ਼ੀ ਦੇਣ ਤੋਂ ਬਾਅਦ ਉਹਨਾਂ ਨੂੰ ਆਪਣੀਆਂ ਅਪਾਇੰਟਮੈਂਟ ਕੈਂਸਲ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹੋਰ ਬਿਨੈਕਾਰ ਇਸ ਦਾ ਲਾਭ ਲੈ ਸਕਣ। BLS ਦੀ ਵੈਬਸਾਈਟ ਮੁਤਾਬਕ ਇੱਕ ਅਰਜ਼ੀ ਵਾਸਤੇ ਇੱਕ ਅਪਾਇੰਟਮੈਂਟ ਲੈਣੀ ਪੈਂਦੀ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਕਿਸੇ ਇੱਕ ਪਰਿਵਾਰ ਦੇ 3 ਮੈਂਬਰਾਂ ਨੇ ਅਰਜ਼ੀ ਦੇਣੀ ਹੋਵੇ ਤਾਂ 3 ਅਪਾਇੰਟਮੈਂਟ ਲੈਣੀਆਂ ਉਹਨਾਂ ਵਾਸਤੇ ਜ਼ਰੂਰੀ ਹਨ। ਵੈਬਸਾਈਟ ਤੇ ਅਰਜ਼ੀ ਦੇਣ ਆ ਰਹੇ ਬਿਨੈਕਾਰਾਂ ਨੂੰ ਪਾਸਪੋਰਟ ਅਤੇ ਵੈਕਸੀਨ ਰਿਪੋਰਟ ਦੇ ਨਾਲ-ਨਾਲ ਮਾਸਕ ਪਹਿਨ ਕੇ ਆਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਅਪਾਇੰਟਮੈਂਟ ਅਤੇ ਵਾਕ-ਇਨ ਸੇਵਾਵਾਂ ਲਈ ਵਧੇਰੇ ਜਾਣਕਾਰੀ BLS ਦੀ ਵੈਬਸਾਈਟ ਦੇ ਉੱਪਰ ਦਿੱਤੀ ਜਾ ਰਹੀ ਹੈ, ਜਿਸ ਤੋਂ ਦੇਖਿਆ ਜਾ ਸਕਦਾ ਹੈ ਕਿ ਕਦੋਂ ਜਾ ਕੇ ਤੁਸੀਂ ਸੇਵਾ ਲੈ ਸਕਦੇ ਹੋ। ਇਸ ਤੋਂ ਪਹਿਲਾਂ ਵਾਕ-ਇਨ ਸੇਵਾ ਬੰਦ ਕੀਤੀ ਗਈ ਸੀ, ਪਰ ਇਸ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਇੰਟਰਿਮ ਲੀਡਰ ਵੱਲੋਂ ਅਸਤੀਫਾ ਦਿੱਤਾ ਗਿਆ। ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਤੋਂ ਅਸਤੀਫਾ ਦਿੱਤਾ ਹੈ। ਉਹ MP ਰਹਿ ਚੁੱਕੇ ਨੇ। ਸਾਲ 2008 ਤੋਂ ਹੀ ਆਪਣੀ ਰਾਈਡਿੰਗ ਦੇ ਉੱਪਰ ਉਹ MP ਰਹੇ, ਜਿਸ ਤੋਂ ਬਾਅਦ ਹੁਣ ਉਹਨਾਂ ਨੇ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦਾ ਕੀ ਕਾਰਨ ਹੈ, ਇਹ ਵੀ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ। ਸਾਬਕਾ ਇੰਟਰਿਮ ਕੰਜ਼ਰਵੇਟਿਵ ਲੀਡਰ ਵੱਲੋਂ ਅਸਤੀਫਾ ਦਿੱਤਾ ਗਿਆ। ਦੱਸ ਦਈਏ ਕਿ ਸਾਲ 2008 ਤੋਂ ਹੀ ਉਹ ਮੈਨੀਟੋਬਾ ਦੇ MP ਰਹਿ ਚੁੱਕੇ ਨੇ। ਜੀ ਹਾਂ, ਪਾਰਲੀਮੈਂਟ ਦੀ ਮੈਂਬਰ ਅਤੇ ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਇੰਟਰਿਮ ਲੀਡਰ ਵੱਲੋਂ ਹਾਊਸ ਆਫ ਕਾਮਨਸ ਵਿੱਚ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ। 58 ਸਾਲਾ ਬਰਗਨ ਸਾਲ 2008 ਤੋਂ ਮੈਨੀਟੋਬਾ ਦੇ ਪੋਰਟੇਜ ਲਿਸਕਰ ਰਾਈਡਿੰਗ ਤੋਂ MP ਸਨ। ਫਰਵਰੀ ਤੋਂ ਸਤੰਬਰ 2022 ਤੱਕ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਇੰਟਰਿਮ ਲੀਡਰ ਵਜੋਂ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਉਹ ਕੰਜ਼ਰਵੇਟਿਵ ਪਾਰਟੀ ਦੀ ਡਿਪਟੀ ਲੀਡਰ ਵੀ ਰਹਿ ਚੁੱਕੀ ਹੈ। ਬੁੱਧਵਾਰ ਨੂੰ ਇੱਕ ਟਵਿੱਟਰ ਤੇ ਵੀਡੀਓ ਪੋਸਟ ਕੀਤੀ ਗਈ, ਜਿੱਥੇ ਉਹਨਾਂ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਬਰਗਨ ਨੇ ਆਪਣੇ ਹਲਕਾ ਨਿਵਾਸੀਆਂ, ਸਹਿਯੋਗੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਬਰਗਨ ਨੇ ਪਿਛਲੇ ਸਾਲ ਸਤੰਬਰ ਵਿੱਚ ਐਲਾਨ ਕੀਤਾ ਸੀ ਕਿ ਉਹ ਦੁਬਾਰਾ ਚੋਣ ਨਹੀਂ ਲੜਨਗੇ। ਇਸੇ ਮਹੀਨੇ ਪੀਅਰ ਪੋਲੀਏਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਚੁਣੇ ਗਏ। ਬਰਗਨ ਨੇ ਆਪਣੇ ਅਸਤੀਫੇ ਦਾ ਕਾਰਨ ਜ਼ਾਹਰ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਆਪਣੀ ਭਵਿੱਖ ਦੀ ਯੋਜਨਾ ਦਾ ਜ਼ਿਕਰ ਕੀਤਾ। ਵੀਡੀਓ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਕਰਕੇ ਸਿਆਸਤ ਤੋਂ ਬਾਹਰ ਨਹੀਂ ਹੋ ਰਹੇ ਕਿ ਉਹ ਬਹੁਤ ਥੱਕ ਗਏ ਨੇ। ਉਹਨਾਂ ਦੀ ਬੱਸ ਹੋ ਗਈ ਹੈ, ਸਗੋਂ ਇਸ ਦੇ ਉਲਟ ਬਿਹਤਰ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪੀਅਰ ਪੋਲੀਏਵ ਦੀ ਯੋਗ ਅਤੇ ਸਿਧਾਂਤਕ ਅਗਵਾਈ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਹੋਰ ਵੀ ਮਜ਼ਬੂਤ ਅਤੇ ਇਕਜੁੱਟ ਹੋਣ ਦੀ ਉਮੀਦ ਕਰਦੇ ਨੇ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਟਵੀਟ ਕਰਕੇ ਕੰਜ਼ਰਵੇਟਿਵ ਪਾਰਟੀ ਦੀ ਤਰਫੋਂ ਬਰਗਨ ਦੀ ਅਗਵਾਈ ਤੇ ਪਾਰਟੀ ਵਾਸਤੇ ਸਮਰਪਣ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ। Hi everyone. Today I submitted my letter of resignation as the Member of Parliament for Portage Lisgar, ending an incredible and very fulfilling 14 years, serving my party, my caucus, and my country. I won't be going back into the House of Commons. I'm not really one for long goodbyes, but I do have a couple of things that I would like to say. First of all, thank you from the bottom of my heart to my constituents, the people of Portage Lisgar, who have allowed me to be their voice in the House of Commons and in Ottawa for all of these years. Thank you also to my beautiful family. Thank you to so many volunteers and to so many staff who have helped me, who have been my teammates along this journey. You've made my life richer by the way that you have served me, by the way that you have taught me, and I'm just so grateful that you have walked alongside me. Thank you also to my colleagues on both sides of the aisle, regardless of your political stripe. I'm really proud of the work that we do here, and I'm going to miss this place. I'm choosing to leave now, not because I'm tired or I've run out of steam. In fact, it's the exact opposite. I feel hopeful and re-energized. Hopeful for our strong and united Conservative Party and our caucus under the courageous and principled leadership of my friend Pierre Poilievre. I feel honored and respected by my fellow Conservative colleagues and by so many of you, my fellow Canadians, who have reached out to me in emails or in calls or when I see you out and about. You have been kind and so encouraging. I'm more energized than ever, and I'm optimistic and excited for the future. And as my husband Michael likes to remind me, life is 10% what happens to you and 90% how you respond. And so with God's grace and God's help, I believe that the best is yet to come. Thank you so much, Portage Lisgar, and thank you, Canada.
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਗਈ ਹੈ, ਜਿੱਥੇ ਕਾਫੀ ਮੁੱਦਿਆਂ ਦੇ ਉੱਪਰ ਚਰਚਾ ਹੋਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਮੁੱਖ ਤੌਰ ਦੇ ਉੱਪਰ ਕਿਹੜੇ ਮੁੱਦੇ ਵਿਚਾਰੇ ਗਏ ਨੇ। ਹੈਲਥ ਦਾ ਮੁੱਦਾ ਖਾਸ ਤੌਰ ਦੇ ਉੱਪਰ ਇਸ ਦੌਰਾਨ ਚਰਚਾ ਦਾ ਵਿਸ਼ਾ ਰਿਹਾ। ਕੈਨੇਡਾ ਵਿੱਚ ਇਸ ਸਮੇਂ ਸਿਹਤ ਸੰਕਟ ਕਾਫੀ ਵੱਧ ਚੁੱਕਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੱਲੋਂ ਵੀ ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਗਈ ਹੈ, ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਖੁਦ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਵੱਲੋਂ ਦੱਸਿਆ ਗਿਆ ਕਿ ਬੈਠਕ ਦੇ ਵਿੱਚ ਉਹਨਾਂ ਦੀ ਕੀ ਗੱਲਬਾਤ ਹੋਈ ਹੈ। ਡੇਵਿਡ ਕਹਿੰਦੇ ਨੇ ਕਿ ਉਹਨਾਂ ਵੱਲੋਂ ਹੈਲਥ ਫੰਡਿੰਗ, ਹਾਊਸਿੰਗ ਤੇ ਬੇਲ ਰਿਫਾਰਮ ਨੂੰ ਲੈ ਕੇ ਚੀਜ਼ਾਂ ਪ੍ਰਧਾਨ ਮੰਤਰੀ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦੱਸ ਦਈਏ ਕਿ 7 ਫਰਵਰੀ ਨੂੰ तमाम ਪ੍ਰੀਮੀਅਰਸ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਹੈਲਥ ਕੇਅਰ ਦੇ ਸੰਕਟ ਨੂੰ ਲੈ ਕੇ ਮੁਲਾਕਾਤ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਤੈਅ ਹੋਵੇਗਾ ਕਿ ਸਮਝੌਤਾ ਹੋਵੇਗਾ ਜਾਂ ਫਿਰ ਨਹੀਂ। Well, critically, certainly from the British Columbia perspective, we need core funding for our healthcare system. We're putting the resources in to bring those nurses on, to bring those family doctors on, to open those healthcare centres, to open those new hospitals. And that comes at the expense of other programs in British Columbia, education, for example. And so if we're pulling money all into the healthcare system and we don't have that federal partner, it leaves less on the table for other priorities that British Columbians have. So critical for us is that core health transfer money. And then the secondary piece is recognizing the shifts that have taken place around healthcare needs in British Columbia. We have a very serious mental health and addiction crisis in our province. This is an area of healthcare that has not been the focus of the public healthcare system for a long time in Canada. We also know that home care can save a huge amount of money by getting people out of hospitals. We have a rapidly aging population in British Columbia, so long-term care is vital as well. So those two components of that critical funding for the core healthcare system, that acute care system, as well as the mechanisms that are going to improve the quality of life for British Columbians and take pressure off the system through our bilateral discussions. Those two components are going to be what we're looking for. And I know that's not a unique perspective because all premiers are hearing from their residents. I'm certainly hearing from British Columbians they want better care. And they expect that both the province and the federal government are working together on that. For a couple of reasons, both because of what we saw in the pandemic, the horrific images of seniors abandoned by care home operators, as well as the basic belief that certainly our government has that everybody who needs long-term care, whether because they're a senior, because of a profound disability, has a right to a basic standard of living, that these are very reasonable things to have standards for. You know, the number of baths that you get in a week. These are basic things that people deserve. So our government did put in, at the provincial level, additional resources to meet our own provincial standards, because when we formed government, our province was not even close to meeting standards around basic services for seniors. But we also know that during the pandemic, that we lost a lot of long-term care workers from the system, and that system is very much under strain. ਬਰੈਂਪਟਨ ਸ਼ਹਿਰ ਤੋਂ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਾਰ ਚੋਰੀ ਦੇ ਮਾਮਲੇ ਲਗਾਤਾਰ ਵਧ ਰਹੇ ਨੇ, ਪਰ ਹੁਣ ਅਜਿਹਾ ਇੱਕ ਅਪਡੇਟ ਸਾਹਮਣੇ ਆਇਆ ਜਿਸ ਰਾਹੀਂ ਪਤਾ ਚੱਲਿਆ ਕਿ ਕਾਰ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇਗਾ। ਇੱਕ ਪ੍ਰਸਤਾਵ ਜਿਹੜਾ ਹੈ ਉਹ ਲਿਆਂਦਾ ਗਿਆ, ਜਿਸ ਰਾਹੀਂ ਖਾਸ ਕਵਰ ਵੰਡੇ ਜਾਣਗੇ ਤੇ ਚੋਰੀ ਨਹੀਂ ਹੋ ਸਕੇਗੀ। ਕੀ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ ਕਿ ਪ੍ਰਸਤਾਵ ਕਿਹੜਾ ਲਿਆਂਦਾ ਗਿਆ ਜਿਸ ਰਾਹੀਂ ਹੁਣ ਕਾਰ ਚੋਰੀ ਦੇ ਮਾਮਲਿਆਂ ਨੂੰ ਰੋਕਿਆ ਜਾਵੇਗਾ। ਬਰੈਂਪਟਨ ਦੇ ਵਿੱਚ ਕਾਰਾਂ ਚੋਰੀ ਹੋ ਰਹੀਆਂ ਨੇ ਤੇ ਕਾਰਾਂ ਚੋਰੀ ਹੋਣ ਦੇ ਮਾਮਲੇ ਲਗਾਤਾਰ ਵਧ ਰਹੇ ਨੇ, ਪਰ ਹੁਣ ਬਰੈਂਪਟਨ ਦੇ ਵਿੱਚ ਗੱਡੀ ਚੋਰੀ ਹੋਣ ਤੋਂ ਰੋਕੀ ਜਾ ਸਕੇਗੀ, ਜਿਸ ਵਾਸਤੇ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਮੇਅਰ ਵੱਲੋਂ ਸਿਗਨਲ ਰੋਕਣ ਵਾਲੇ ਚਾਬੀ ਕਵਰ ਵੰਡਣ ਦਾ ਪ੍ਰਸਤਾਵ ਰੱਖਿਆ ਗਿਆ। ਜੀ ਹਾਂ, ਬਰੈਂਪਟਨ ਵਿੱਚ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਜਲਦ ਹੀ ਅਜਿਹੇ ਸਿਗਨਲ ਰੋਕਣ ਵਾਲੇ ਚਾਬੀ ਕਵਰ ਦਿੱਤੇ ਜਾ ਸਕਦੇ ਨੇ, ਜਿਹੜੇ ਉਹਨਾਂ ਦੀਆਂ ਕਾਰਾਂ ਨੂੰ ਚੋਰੀ ਹੋਣ ਤੋਂ ਬਚਾ ਸਕਦੇ ਨੇ। ਮੇਅਰ ਪੈਟ੍ਰਿਕ ਬਰਾਊਨ ਵੱਲੋਂ ਇੱਕ ਅਜਿਹਾ ਪ੍ਰਸਤਾਵ ਲਿਆਂਦਾ ਗਿਆ। ਇਸ ਨਵੇਂ ਪ੍ਰਸਤਾਵ ਅਧੀਨ ਸਿਟੀ ਵੱਲੋਂ ਕਾਰ ਮਾਲਕਾਂ ਨੂੰ ਮੁਫਤ ਵਿੱਚ ਵਿਸ਼ੇਸ਼ ਚਾਬੀ ਕਵਰ ਦਿੱਤੇ ਜਾਣਗੇ। ਬਰੈਂਪਟਨ ਦੇ 5 ਇਲਾਕਿਆਂ ਵਿੱਚ ਰਹਿਣ ਵਾਲੇ ਕਾਰ ਮਾਲਕਾਂ ਨੂੰ ਇੱਕ ਖਾਸ ਕਵਰ ਉਪਲਬਧ ਕਰਵਾਏ ਜਾ ਸਕਦੇ ਨੇ। ਬਰੈਂਪਟਨ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧੇ ਦੇ ਮੱਦੇਨਜ਼ਰ ਸਿਟੀ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਖਾਸ ਚਾਬੀ ਕਵਰ ਤਿਆਰ ਕੀਤੇ ਗਏ ਇੱਕ ਪਾਊਚ ਹੁੰਦੇ ਨੇ, ਜਿਸ ਨਾਲ ਰੇਡੀਓ ਤਰੰਗਾਂ ਨੂੰ ਹੈਕ ਕਰਕੇ ਹੋਣ ਵਾਲੀ ਕਾਰਾਂ ਦੀ ਚੋਰੀ ਨੂੰ ਰੋਕਿਆ ਜਾ ਸਕਦਾ ਹੈ।
ਚੋਰਾਂ ਵੱਲੋਂ ਜ਼ਿਆਦਾਤਰ ਉਹਨਾਂ ਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਕਿ ਚਾਬੀ ਤੋਂ ਬਿਨਾਂ ਪੁਸ਼ ਬਟਨ ਰਾਹੀਂ ਸਟਾਰਟ ਹੁੰਦੀਆਂ ਨੇ। ਇਹਨਾਂ ਕਾਰਾਂ ਵਿੱਚ ਅਜਿਹਾ ਸਿਸਟਮ ਹੁੰਦਾ ਹੈ ਕਿ ਕਾਰ ਚਾਬੀ ਲਗਾਏ ਬਿਨਾਂ ਹੀ ਸਿਗਨਲ ਰਾਹੀਂ ਸਪਾਟ ਹੋ ਜਾਂਦੀ ਹੈ। ਚੋਰ ਆਪਣੇ ਟਰਾਂਸਮੀਟਰ ਰਾਹੀਂ ਘਰ ਦੇ ਵਿੱਚ ਪਏ ਕਾਰ ਦੇ ਫੌਬ ਨੂੰ ਸਿਗਨਲ ਭੇਜਦੇ ਨੇ, ਜਿਸ ਤੋਂ ਕਾਰ ਦੇ ਇੰਜਨ ਵਿੱਚ ਇਹ ਸਿਗਨਲ ਮਿਲਦਾ ਹੈ ਕਿ ਤੁਸੀਂ ਕਾਰ ਦੇ ਨਜ਼ਦੀਕ ਹੋ ਤੇ ਚੋਰੀ ਆਸਾਨੀ ਨਾਲ ਹੋ ਜਾਂਦੀ ਹੈ। ਕਮਾਲ ਦੀ ਗੱਲ ਹੈ ਕਿ ਇਹ ਕੁਝ 60 ਸੈਕਿੰਡ ਦੇ ਵਿੱਚ ਹੋ ਸਕਦਾ ਹੈ। ਇਸ ਬਾਰੇ ਮੇਅਰ ਬਰਾਊਨ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਰ ਚੋਰੀਆਂ ਕਾਰਨ ਜਿੱਥੇ ਬਰੈਂਪਟਨ ਨਿਵਾਸੀਆਂ ਦਾ ਲੱਖਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਦੂਜੇ ਪਾਸੇ ਘਟਨਾਵਾਂ ਸ਼ਹਿਰ ਵਿੱਚ ਇੰਸ਼ੋਰੈਂਸ ਮਹਿੰਗੀਆਂ ਹੋਣ ਦਾ ਵੀ ਵੱਡਾ ਕਾਰਨ ਹੈ। ਨਵਾਂ ਪ੍ਰਸਤਾਵ ਪੀਲ ਪੁਲਿਸ ਦੁਆਰਾ ਕਾਰ ਚੋਰੀਆਂ ਨਾਲ ਸੰਬੰਧਿਤ ਜਾਰੀ ਕੀਤੇ ਨਵੇਂ ਅੰਕੜਿਆਂ ਤੋਂ ਬਾਅਦ ਆਇਆ। ਪੁਲਿਸ ਦੇ ਅੰਕੜਿਆਂ ਮੁਤਾਬਕ ਸਾਲ 2019 ਦੀ ਤੁਲਨਾ ਵਿੱਚ ਪਿਛਲੇ ਸਾਲ ਕਾਰ ਚੋਰੀ ਦੀਆਂ ਵਾਰਦਾਤਾਂ ਵਿੱਚ 92% ਦਾ ਵਾਧਾ ਹੋਇਆ। ਸਾਲ 2019 ਵਿੱਚ 3119 ਕਾਰਾਂ ਚੋਰੀ ਹੋਈਆਂ, ਪਰ ਸਾਲ 2022 ਦੇ ਵਿੱਚ 5811 ਕਾਰ ਚੋਰੀ ਦੇ ਮਾਮਲੇ ਦਰਜ ਕੀਤੇ ਗਏ। ਵਾਹਨ ਦੀ ਦਰਖਤ ਨਾਲ ਟੱਕਰ ਹੋਈ ਹੈ, ਜਿਸ ਤੋਂ ਬਾਅਦ 2 ਜਾਣੇ ਜ਼ਖਮੀ ਹੋਏ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਇਹ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਨਾਰਥ ਯਾਰਕ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ ਮਿਨੀ ਵੈਨ ਦਰਖਤ ਨਾਲ ਟਕਰਾ ਗਈ। ਇਸ ਕਾਰਨ 2 ਜਾਣਿਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਰਾਤ ਵੇਲੇ ਨਾਰਥ ਯਾਰਕ ਵਿੱਚ ਹਾਦਸਾ ਵਾਪਰਿਆ ਜਿੱਥੇ ਇੱਕ ਮਿਨੀ ਵੈਨ ਦਰਖਤ ਨਾਲ ਟਕਰਾ ਗਈ। ਇਸ ਦੌਰਾਨ 2 ਜਾਣੇ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋਇਆ ਹੈ। ਵਾਹਨ ਦੀ ਦਰਖਤ ਨਾਲ ਰਾਤ ਵੇਲੇ 2 ਵਜੇ ਦੇ ਕਰੀਬ ਟੱਕਰ ਹੋਈ ਹੈ, ਜਿਸ ਦੌਰਾਨ 2 ਵਿਅਕਤੀ ਜ਼ਖਮੀ ਹੋਏ ਨੇ। ਉਹਨਾਂ ਨੂੰ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਏ ਜਾਣ ਦੀ ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਕਿ ਇੱਥੇ ਇਹ ਹਾਦਸਾ ਕਿਵੇਂ ਵਾਪਰਿਆ ਤੇ ਨਾ ਹੀ ਉਹਨਾਂ ਵੱਲੋਂ ਪੀੜਤਾ ਦੀ ਪਹਿਚਾਣ ਦੱਸੀ ਗਈ ਹੈ। ਸਿਰਫ ਇਹੀ ਦੱਸਿਆ ਗਿਆ ਕਿ ਮੌਜੂਦਾ ਸਮੇਂ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਮੌਕੇ ਵਾਲੀ ਥਾਂ ਨੂੰ ਕੁਝ ਦੇਰ ਲਈ ਬੰਦ ਰੱਖਿਆ ਗਿਆ, ਪਰ ਮੁੜ ਤੋਂ ਉਸ ਨੂੰ ਖੋਲ੍ਹ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਇਸ ਸੰਬੰਧੀ ਵਧੇਰੇ ਜਾਂਚ ਕਰ ਰਹੇ ਨੇ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਕੈਨੇਡਾ ਜਾਣ ਵਾਲਿਆਂ ਲਈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੱਡਾ ਬਦਲਾਅ ਕੀਤਾ ਗਿਆ। IRCC ਵੱਲੋਂ PTE ਨੂੰ ਮਾਨਤਾ ਦੇ ਦਿੱਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਹੁਣ PTE ਕਰਕੇ ਵੀ ਕੈਨੇਡਾ ਜਾਇਆ ਜਾ ਸਕੇਗਾ। ਇਹ ਨਿਯਮ ਕਦੋਂ ਲਾਗੂ ਹੋ ਗਿਆ, ਇਸ ਬਾਰੇ ਵੀ IRCC ਨੇ ਜਾਣਕਾਰੀ ਸਾਂਝੀ ਕੀਤੀ ਹੈ। ਹੁਣ ਇਸ ਬਾਰੇ ਕੀ ਹੈ ਪੂਰੀ ਅਪਡੇਟ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। IRCC ਵੱਲੋਂ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ ਨਾਲ ਜੁੜਿਆ ਹੋਇਆ ਨਵਾਂ ਫੈਸਲਾ ਲਿਆ ਗਿਆ, ਜਿੱਥੇ ਉਹਨਾਂ ਵੱਲੋਂ ਪੀਅਰਸਨ ਟੈਸਟ ਆਫ ਇੰਗਲਿਸ਼ ਨੂੰ ਮਾਨਤਾ ਦੇ ਦਿੱਤੀ ਗਈ ਹੈ, ਜਿਸ ਦਾ ਭਾਵ ਹੈ ਕਿ ਹੁਣ ਆਇਲਸ ਤੋਂ ਬਿਨਾਂ PTE ਕਰਕੇ ਵੀ ਕੈਨੇਡਾ ਜਾਇਆ ਜਾ ਸਕੇਗਾ। IRCC ਵੱਲੋਂ ਇਸ ਸੰਬੰਧੀ ਐਲਾਨ ਕਰ ਦਿੱਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਵਾਸਤੇ ਉਹਨਾਂ ਵੱਲੋਂ ਪੀਅਰਸਨ ਟੈਸਟ ਆਫ ਇੰਗਲਿਸ਼ ਨੂੰ ਮਾਨਤਾ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2023 ਦੇ ਆਖਿਰ ਤੱਕ ਪੀਅਰਸਨ ਟੈਸਟ ਆਫ ਇੰਗਲਿਸ਼ CELPIP ਅਤੇ ਆਇਲਸ ਜਨਰਲ ਟ੍ਰੇਨਿੰਗ ਨਾਲ ਸ਼ਾਮਿਲ ਹੋ ਜਾਵੇਗਾ। ਇਹ ਟੈਸਟ ਇਕਨੋਮਿਕ ਕਲਾਸ ਕੈਂਡੀਡੇਟਸ ਵਾਸਤੇ ਹੁੰਦੇ ਹਨ। PTE ਨੂੰ ਜੋ ਮਾਨਤਾ ਮਿਲੀ ਹੈ, ਉਸ ਤੋਂ ਬਾਅਦ ਹੁਣ ਕੁੱਲ 5 ਲੈਂਗੁਏਜ ਟੈਸਟ ਹੋ ਗਏ ਨੇ, ਜੋ ਕਿ ਇਕਨੋਮਿਕ ਕਲਾਸ ਇਮੀਗ੍ਰੇਸ਼ਨ ਕੈਂਡੀਡੇਟ ਵਾਸਤੇ ਉਪਲਬਧ ਹਨ। ਫਿਲਹਾਲ IRCC ਵੱਲੋਂ ਅਜੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਐਪਲੀਕੈਂਟਸ ਕਦੋਂ PTE ਜਮ੍ਹਾਂ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਇਕਨੋਮਿਕ ਕਲਾਸ ਇਮੀਗ੍ਰੈਂਟਸ ਨੂੰ 10 ਅਲੱਗ-ਅਲੱਗ ਪਾਥਵੇ ਦਿੱਤੇ ਜਾਂਦੇ ਹਨ। ਇਮੀਗ੍ਰੇਸ਼ਨ ਲੈਵਲਸ ਪਲਾਨ ਸਾਲ 2023 ਤੋਂ ਸਾਲ 2025 ਵਿੱਚ PNP ਅਤੇ ਐਕਸਪ੍ਰੈਸ ਐਂਟਰੀ ਨੂੰ ਤਰਜੀਹ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵਾਸਤੇ ਇੱਕ ਵਾਰ ਫਿਰ ਤੋਂ ਸਨੋ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਕਿਹੜੇ ਹਿੱਸੇ ਪ੍ਰਭਾਵਿਤ ਹੋਣਗੇ। ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਰਾਤ ਵੇਲੇ ਕਾਫੀ ਜ਼ਿਆਦਾ ਸਨੋ ਪੈਣ ਦੀ ਸੰਭਾਵਨਾ ਹੈ। ਕਿਹੜੇ ਹਿੱਸਿਆਂ ਵਿੱਚ ਸਨੋ ਪਏਗੀ, ਇਹ ਵੀ ਅਪਡੇਟ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਤੇ ਵੈਬਸਾਈਟ ਦੇ ਉੱਪਰ ਵੀ ਦੱਸਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਾਸਤੇ ਇੱਕ ਵਾਰ ਫਿਰ ਤੋਂ ਸਨੋ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੁਝ ਹਿੱਸੇ ਪ੍ਰਭਾਵਿਤ ਹੋਣ ਵਾਲੇ ਹਨ। ਦਰਅਸਲ ਇਨਵਾਇਰਨਮੈਂਟ ਕੈਨੇਡਾ ਵੱਲੋਂ ਸੂਬੇ ਦੇ ਕੁਝ ਹਿੱਸਿਆਂ ਵਾਸਤੇ ਸਨੋਫਾਲ ਅਤੇ ਵਿੰਟਰ ਵੈਦਰ ਵਾਰਨਿੰਗ ਜਾਰੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਰਾਤ ਵੇਲੇ 50 ਸੈਂਟੀਮੀਟਰ ਤੱਕ ਸਨੋ ਪੈਣ ਦੀ ਸੰਭਾਵਨਾ ਹੈ। ਇਹ ਸਨੋ ਕੁਝ ਖੇਤਰਾਂ ਵਿੱਚ ਪਵੇਗੀ। ਕਿਹੜੇ ਖੇਤਰ ਪ੍ਰਭਾਵਿਤ ਹੋਣਗੇ, ਇਹ ਵੀ ਦੱਸਿਆ ਗਿਆ। ਇਹ ਚੇਤਾਵਨੀ ਪੀਸ ਰਿਵਰ, ਬਲਕਲੇਵ ਵੈਲੀ, ਕੈਰੀਬੂ, ਨਾਰਥ ਕੋਸਟ, ਪ੍ਰਿੰਸ ਜਾਰਜ ਅਤੇ ਵਿਲਿੰਸਟਨ ਵਾਸਤੇ ਜਾਰੀ ਕੀਤੇ ਗਏ ਨੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਤ ਵੇਲੇ ਕਾਫੀ ਸਨੋ ਪੈਣ ਵਾਲੀ ਹੈ।
ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਇੰਟੀਰੀਅਰ ਇਸ ਕਾਰਨ ਪ੍ਰਭਾਵਿਤ ਹੋਵੇਗਾ। ਹਾਲਾਤ ਕੁਝ ਅਜਿਹੇ ਬਣ ਜਾਣਗੇ ਜਿਸ ਤੋਂ ਬਾਅਦ ਡਰਾਈਵਰਾਂ ਨੂੰ ਖਾਸ ਤੌਰ ਤੇ ਉੱਪਰ ਸਲਾਹ ਜਾਰੀ ਕੀਤੀ ਗਈ ਹੈ ਕਿ ਉਹ ਵਾਹਨ ਧਿਆਨ ਨਾਲ ਚਲਾਉਣ। ਦੱਸਿਏ ਕਿ ਇਨਵਾਇਰਨਮੈਂਟ ਕੈਨੇਡਾ ਵੱਲੋਂ ਮੌਸਮ ਦੀ ਇਹ ਜਾਣਕਾਰੀ ਲਗਾਤਾਰ ਵੈਬਸਾਈਟ ਦੇ ਰਾਹੀਂ ਵੀ ਸਾਂਝੀ ਕੀਤੀ ਜਾ ਰਹੀ ਹੈ, ਜਿੱਥੇ ਤਾਜ਼ਾ ਅਪਡੇਟ ਸਮੇਂ-ਸਮੇਂ ਦੇ ਉੱਪਰ ਹਾਸਲ ਕੀਤੀ ਜਾ ਸਕਦੀ ਹੈ। ਐਮਰਜੈਂਸੀ ਮੈਡੀਕਲ ਸਰਵਿਸਿਜ਼ ਵਿੱਚ ਸੁਧਾਰ ਲਿਆਂਦਾ ਜਾਵੇਗਾ। ਇਸ ਬਾਰੇ ਅਲਬਰਟਾ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਮੰਤਰੀਆਂ ਵੱਲੋਂ ਅਪਡੇਟ ਜਾਰੀ ਕੀਤੀ ਗਈ ਤੇ ਦੱਸਿਆ ਗਿਆ ਕਿ ਇਸ ਸੰਬੰਧੀ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ। ਅਲਬਰਟਾ ਸੂਬੇ ਵੱਲੋਂ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਾਸਤੇ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਸ ਦੀ ਅਪਡੇਟ ਜਾਰੀ ਕੀਤੀ ਗਈ। ਅਲਬਰਟਾ ਵੱਲੋਂ ਦੱਸਿਆ ਗਿਆ ਹੈ ਕਿ ਕਿਵੇਂ ਉਹਨਾਂ ਵੱਲੋਂ ਐਮਰਜੈਂਸੀ ਮੈਡੀਕਲ ਸਰਵਿਸਿਜ਼ ਵਿੱਚ ਸੁਧਾਰ ਲਿਆਂਦਾ ਜਾਵੇਗਾ ਤੇ ਉਹ ਇਸ ਸੰਬੰਧੀ ਕਈ ਤਰ੍ਹਾਂ ਦੇ ਕਦਮ ਚੁੱਕ ਰਹੇ ਨੇ। ਸੋ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਅਲਬਰਟਾ ਸੂਬੇ ਤੋਂ ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆਈ। Link 811 calls in Calgary. For those of you who don't know me, I'm RJ Sigurdsson and the EMS Parliamentary Secretary. I'm pleased to welcome everyone and I thank Alberta Health Services for hosting us today. Today I'm being joined by Minister of Health Jason Copping, Dr. John Cowell, Official Administrator for Alberta Health Services, and Dr. Francois Belanger, Vice President and Chief Medical Officer for Alberta Health Services. We're here today to provide an update on the work underway as a part of the Healthcare Action Plan to reduce emergency medical services response times. Before I invite the Minister to speak, I want to note that we are here at this available space that looked very much like the space registered nurses support 811 a couple floors away. We're doing so we do not interfere with HealthLink operations. We want to be respectful of those who are working and the Albertans who are trying to connect. And with that, Minister Copping. Thanks so much, RJ. Good afternoon, everyone. Thank you so much for coming. It's great to be here today at the one of the HealthLink call centers based in Calgary, which, as MLA Sigurdsson mentioned, is in this building. As many of you know, registered nurses play an important role in providing care and guidance to Albertans in a wide range of settings, including 811. And today, I'm pleased to be here to announce the launch of the EMS 811 Shared Response Program, which gives EMS dispatchers the ability to transfer calls not requiring an ambulance response to 811. Now, before I share more, first, I want to sincerely thank all our emergency communication officers in dispatch centers across the province for literally answering the call of duty day after day. In many cases, they are the first person responding to a crisis. They work to support more than 1,000 Albertans a day on the other end of the line who are scared, in severe pain, or even worse. Their job is not easy. Call volumes are up 30% over the past 18 months. The significant increase in calls has also meant challenges finding available ambulances to send to emergencies quickly. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਬਿਨਾਂ ਆਇਲਸ ਵੀ ਆ ਸਕੋਗੇ ਕੈਨੇਡਾ, ਹੁਣ PTE ਨੂੰ ਵੀ ਮਿਲੀ ਮਾਨਤਾ। ਬ੍ਰਿਟਿਸ਼ ਕੋਲੰਬੀਆ ਵਿੱਚ ਮੁੜ ਸਨੋ ਦੀ ਚੇਤਾਵਨੀ, ਰਾਤ ਵੇਲੇ ਪਵੇਗੀ ਹੈਵੀ ਸਨੋ। ਬ੍ਰੈਂਪਟਨ ਵਿੱਚ ਹੁਣ ਨਹੀਂ ਹੋਵੇਗੀ ਕਾਰ ਚੋਰੀ, ਸਿਗਨਲ ਰੋਕਣ ਵਾਲੀ ਚਾਬੀ ਕਵਰ ਵੰਡਣ ਦਾ ਪ੍ਰਸਤਾਵ। BLS ਵਿੱਚ ਵਾਕਿੰਗ ਸਰਵਿਸ ਸ਼ੁਰੂ, ਜਾਣੋ ਕਿਹੜੀਆਂ ਚੀਜ਼ਾਂ ਦਾ ਰੱਖਣਾ ਹੋਵੇਗਾ ਖਿਆਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਘੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ। Thank you.